हाँ जी, सत श्री अकाल साਰਿਆਂ ਨੂੰ। ਕਿਵੇਂ ਹੋ ਸਾਰੇ? ठीक ठाक हो? होप कि सारे ठीक ठाक होंगे, अपने नोट्स प्रॉपरली कंप्लीट कर रहे होंगे। हाँ जी, ਨੈਕਸਟ ਅੱਜ ਦਾ ਜਿਹੜਾ ਲੈਕਚਰ ਸੀਗਾ, ਪਿਛਲੇ ਲੈਕਚਰ ਦੇ ਵਿੱਚ ਆਪਾਂ ਥੋੜਾ ਜਿਹਾ ਕੋਰਿਲੇਟ ਕਰਦਾ। ਪਿਛਲੇ ਲੈਕਚਰ 'ਚ ਆਪਾਂ ਮੋਲਰ ਕੰਡਕਟੈਂਸ ਦੀ ਸਟੱਡੀ ਕੀਤੀ। ਮੋਲਰ ਕੰਡਕਟੈਂਸ ਆ ਵਾਲਾ ਹੈਗਾ। ਉਸ ਤੋਂ ਬਾਅਦ ਇਕੁਇਵਲੈਂਟ ਕੰਡਕਟੈਂਸ ਦੀ ਸਟੱਡੀ ਕੀਤੀ। ਦੋਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਬਣਾਇਆ ਜਿਹੜਾ ਐਕਸ ਫੈਕਟਰ ਦੇ ਇਕੁਅਲ ਆਇਆ। ਐਕਸ ਫੈਕਟਰ ਕੁਝ ਵੀ ਹੋ ਸਕਦਾ ਹੈ, ਮੋਲੈਲਿਟੀ ਜਾਂ ਇਹਦੇ ਵੈਲੈਂਸੀ ਕਿੰਨੀ ਹੈ, ਨੰਬਰ ਆਫ ਲਾਸ ਆਫ ਇਲੈਕਟ੍ਰੋਨ ਵਗੈਰਾ, ਜਿਹੜਾ ਉੱਥੋਂ ਜਿਹੜਾ ਆਪਾਂ ਸੋਲੂਸ਼ਨ 'ਚ ਕੀਤਾ ਸੀ, ਕੁਝ ਵੀ ਹੋ ਸਕਦਾ। ਉਸ ਤੋਂ ਬਾਅਦ ਇੱਕ ਮੈਂ ਸਟਾਰ ਪੁਆਇੰਟ ਬਣਾ ਕੇ ਇਕੁਏਸ਼ਨ ਲਿਖਵਾਈ ਸੀ ਤੁਹਾਨੂੰ, K = C/L/A। ਕੰਡਕਟੀਵਿਟੀ ਕੀ ਹੁੰਦਾ ਹੈ? ਜੋ ਯੂਨਿਟ ਵੋਲੀਅਮ ਦੀ ਹੁੰਦੀ ਹੈ, ਜਿਹਦਾ L, B, H ਤਿੰਨੋਂ 1 ਹੋਣ, ਚਾਹੇ 1 ਸੈਂਟੀਮੀਟਰ ਲੈ ਲਓ, ਮੀਟਰ ਲੈ ਲਓ, 1 ਹੋਣ, ਉਹਦੇ ਵਿੱਚ ਜੋ ਇਲੈਕਟ੍ਰੋਲਾਈਟ ਦੀ ਜੋ ਕੰਡਕਟੈਂਸ ਹੋਏਗੀ ਉਹਨੂੰ ਕੰਡਕਟੀਵਿਟੀ ਕਹਾਂਗੇ ਆਪਾਂ। C ਕੀ ਆ? ਓਵਰਆਲ ਸੋਲੂਸ਼ਨ ਦੀ ਕੰਡਕਟੈਂਸ। L/A ਆਪਾਂ ਕੀ ਕਿਹਾ ਸੀ? ਸੈੱਲ ਕੌਂਸਟੈਂਟ। ਹੋਪ ਕਿ ਸਾਰਿਆਂ ਨੂੰ ਕਲੀਅਰ ਹੋਊਗਾ। ਨੈਕਸਟ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀਗੀ, ਦੇਖੋ ਨੈਕਸਟ ਟੌਪਿਕ ਆਉਂਦਾ, ਲਿਖੋ ਇਹਨੂੰ, ਥਿਊਰੀ ਵਾਈਜ਼ ਕਰਦੇ ਆ। ਵੇਰੀਏਸ਼ਨ ਦੀ ਸਟੱਡੀ ਕਰਦੇ ਆਪਾਂ। ਆਪਣੇ ਕੋਲੇ ਇਲੈਕਟ੍ਰੋਲਾਈਟ ਜਿਹੜੇ ਸੀਗੇ 2 ਟਾਈਪ ਦੇ ਹੁੰਦੇ ਨੇ ਨਾ, ਇੱਕ ਹੁੰਦੇ ਆ ਸਟਰੋਂਗ, ਇੱਕ ਹੁੰਦੇ ਆ ਵੀਕ। ਹੁਣ ਆਪਾਂ ਵੇਰੀਏਸ਼ਨ ਆਫ ਕੰਡਕਟੀਵਿਟੀ ਜਾਂ ਕੰਡਕਟੈਂਸ ਵਿਦ ਕੰਸਨਟ੍ਰੇਸ਼ਨ, ਇਹ ਟੌਪਿਕ ਆਪਣਾ। ਕੰਸਨਟ੍ਰੇਸ਼ਨ ਲਗਾ ਲਓ ਚਾਹੇ ਡਿਲਿਊਸ਼ਨ ਲਗਾ ਲਓ, ਉਹ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੇ, ਆਪਾਂ ਨੂੰ ਇਸ ਗੱਲ ਦਾ ਪਤਾ। ਨੈਕਸਟ ਲਿਖੋ ਤੁਸੀਂ, ਵੇਰੀਏਸ਼ਨ ਲਿਖਣੀ ਆਫ ਇਲੈਕਟ੍ਰੋਲਾਈਟਿਕ ਕੰਡਕਟੈਂਸ ਵਿਦ ਕੰਸਨਟ੍ਰੇਸ਼ਨ। ਹੁਣ ਥੋੜ੍ਹੀ ਜਿਹੀ ਪਹਿਲਾਂ ਇਹਦੀ ਥਿਊਰੀ ਦੱਸਦਾ। ਹੁਣ ਆਪਣੇ ਕੋਲੇ ਸਟਰੋਂਗ ਦੀ ਗੱਲ ਕਰਦਾ। ਸਟਰੋਂਗ ਦੇ ਕੇਸ ਦੇ ਵਿੱਚ ਹੁਣ ਦੇਖੋ, ਆਪਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਇਲੈਕਟ੍ਰੋਲਾਈਟਿਕ ਕੰਡਕਟੈਂਸ ਜਿਹੜੀ ਹੁੰਦੀ ਆ ਉਹ ਆਇਨਸ ਦੀ ਵਜ੍ਹਾ ਦੇ ਨਾਲ ਹੁੰਦੀ ਆ। ਜਿੰਨੇ ਆਇਨ ਜ਼ਿਆਦਾ ਹੋਣਗੇ ਉਨੀ ਕੰਡਕਟੈਂਸ ਜ਼ਿਆਦਾ ਹੋਏਗੀ। ਹੁਣ ਕੰਸਨਟ੍ਰੇਸ਼ਨ ਤੇ ਡਿਲਿਊਸ਼ਨ ਜਿਹੜਾ ਹੈਗਾ, ਜਿੰਨੇ ਡਿਲਿਊਸ਼ਨ ਇਨਕਰੀਜ਼ ਹੁੰਦਾ ਜਾਂਦਾ, ਆਇਨਸ ਜਿਹੜੇ ਜ਼ਿਆਦਾ ਬਣਦੇ ਆ ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਡਿਸਟੈਂਸ ਵੀ ਇਨਕਰੀਜ਼ ਹੁੰਦਾ, ਅਟਰੈਕਸ਼ਨ ਘਟਦੀਆਂ ਨੇ, ਦੂਰ ਦੂਰ ਜਾਂਦੇ ਨੇ, ਫਰੀਲੀ ਮੂਵ ਕਰ ਸਕਦੇ ਨੇ, ਉਨੀ ਕੰਡਕਟੈਂਸ ਜ਼ਿਆਦਾ ਦੇ ਸਕਦੇ ਨੇ। ਤਾਂ ਹੁਣ ਕੀ ਆਪਾਂ ਕਹਿ ਸਕਦੇ ਹਾਂ? ਦੇਖੋ ਵੇਰੀਏਸ਼ਨ ਜਿਹੜੀ ਸਟਰੋਂਗ ਦੇ ਕੇਸ ਦੇ ਵਿੱਚ ਵੇਰੀਏਸ਼ਨ ਜਿਹੜੀ ਜ਼ਿਆਦਾ ਨਹੀਂ ਹੁੰਦੀ, ਕਿਉਂਕਿ ਸਟਰੋਂਗ ਨੇ ਜੋ ਸਪਲਿਟ ਹੋ ਕੇ ਆਇਨ ਦੇਣੇ ਆ ਉਹ 1 ਲੀਟਰ ਦੇ ਵਿੱਚ ਵੀ ਉਨੀ ਦੇਗਾ, 2 ਦੇ ਵਿੱਚ ਵੀ, 3 ਦੇ ਵਿੱਚ ਵੀ, ਕਿੰਨਾ ਮਰਜ਼ੀ ਲੈ ਲਓ। ਜੋ ਆਇਨ ਉਹਨੇ ਪ੍ਰੋਡਿਊਸ ਕਰਨੇ ਆ ਉਹਨੇ ਦੇ ਹੀ ਦੇਣੇ ਆ ਸਟਾਰਟਿੰਗ ਦੇ ਵਿੱਚ ਹੀ, ਕਿਉਂਕਿ ਉਹ ਕੰਪਲੀਟਲੀ ਡਿਸੋਸ਼ੀਏਟ ਹੁੰਦੇ ਨੇ। ਫਿਰ ਆਪਣੇ ਕੋਲੇ ਗੱਲ ਕਰਦੇ ਆ, ਇਹਦੇ ਗ੍ਰਾਫ ਦੀ ਗੱਲ ਕਰਦੇ ਆ ਆਪਾਂ ਸਟਰੋਂਗ ਦੇ ਕੇਸ ਦੇ ਵਿੱਚ। ਲੈਟ ਮੈਂ ਸਿੰਪਲ ਜੀ ਗੱਲ ਕਰਦਾ ਕਿ ਇੱਕ ਤਰਫ ਮੈਂ ਮੋਲਰ ਕੰਡਕਟੈਂਸ ਲੈ ਲੈਣਾ ਹੈ। ਕੀ ਲੈ ਲੈਣਾ ਜੀ? ਮੋਲਰ ਕੰਡਕਟੈਂਸ। ਦੂਸਰੀ ਤਰਫ ਮੈਂ ਕੰਸਨਟ੍ਰੇਸ਼ਨ, ਅਨਰੂਟ ਕੰਸਨਟ੍ਰੇਸ਼ਨ ਲੈ ਲਈ। ਮੈਂ ਕੀ ਲੈ ਲਿਆ ਜੀ? ਅਨਰੂਟ ਕੰਸਨਟ੍ਰੇਸ਼ਨ। ਮਤਲਬ ਕੰਸਨਟ੍ਰੇਸ਼ਨ ਸਿੰਪਲ ਵੀ ਲੈ ਸਕਦੇ ਹੋ, ਬਟ ਉਹਦੇ 'ਚ ਵੇਰੀਏਸ਼ਨ ਜੋ ਸਟ੍ਰੇਟ ਲਾਈਨ ਨਹੀਂ ਆਈਆਂ ਤਾਂ ਸਾਇੰਟਿਸਟ ਨੇ ਅਨਰੂਟ ਲੈ ਕੇ ਚੱਲ ਪਿਆ, ਕਿਉਂਕਿ ਵੇਰੀਏਸ਼ਨ ਬਹੁਤ ਘੱਟ ਸੀਗੀਆਂ ਸਟਰੋਂਗ ਦੇ ਕੇਸ ਦੇ ਵਿੱਚ। ਹੁਣ ਕੰਸਨਟ੍ਰੇਸ਼ਨ ਦੇ ਨਾਲ ਜਦੋਂ ਮੋਲਰ ਕੰਡਕਟੈਂਸ ਕਿਹਦੀ ਗੱਲ ਕਰ ਰਹੇ ਹੋ? ਸਟਰੋਂਗ ਦੀ ਗੱਲ ਕਰ ਰਿਹਾ ਮੈਂ, ਸਟਰੋਂਗ ਇਲੈਕਟ੍ਰੋਲਾਈਟ ਦੀ। ਤਾਂ ਸਾਇੰਟਿਸਟ ਨੇ ਕੀ ਓਬਜ਼ਰਵ ਕੀਤਾ? ਇਹਦਾ ਜੋ ਗ੍ਰਾਫ ਬਣਿਆ, ਸਟ੍ਰੇਟ ਲਾਈਨ ਬਣਿਆ। 2 ਲੈ ਲਏ, ਦੋਨਾਂ ਦਾ ਸਟ੍ਰੇਟ ਲਾਈਨ, 3 ਲੈ, ਜਿੰਨੇ ਮਰਜ਼ੀ ਲੈ ਲਓ, ਕਹਿਣ ਦਾ ਭਾਵ ਸਟ੍ਰੇਟ ਲਾਈਨ ਗ੍ਰਾਫ ਆਇਆ। ਤਾਂ ਉੱਥੋਂ ਸਾਇੰਟਿਸਟ ਨੇ ਕੀ ਓਬਜ਼ਰਵ ਕੀਤਾ ਕਿ ਦੋਨੋਂ ਐਕਸਿਸ ਨੂੰ ਅਗਰ ਆਪਾਂ ਗੱਲ ਕਰੀਏ ਕਨੈਕਟ ਕਰਨ ਦੀ, ਤਾਂ ਦੋਨੋਂ ਤਰਫ ਈਜ਼ੀਲੀ ਆਪਣੀ ਵੈਲਿਊਜ਼ ਜਿਹੜੀਆਂ ਹੈਗੀਆਂ, ਕਿਉਂਕਿ ਸਟੇਟ ਜਾ ਰਹੇ ਨੇ, ਕਿਤੇ ਨਾ ਕਿਤੇ ਜਾ ਕੇ ਇਹ ਕੱਟ ਕਰਨਗੀਆਂ। ਤਾਂ ਆਪਣੀਆਂ ਚਾਹੇ ਇਸ ਐਕਸਿਸ ਦੀ ਕੋਈ ਵੈਲਿਊ ਹੋਵੇ, ਇਸ ਐਕਸਿਸ ਦੀ ਕੋਈ ਵੈਲਿਊ ਹੋਵੇ, ਦੋਨਾਂ ਦਾ ਆਪਾਂ ਨੂੰ ਜਿਹੜਾ ਹੈਗਾ ਰਿਜ਼ਲਟ ਮਿਲ ਸਕਦਾ ਹੈ ਕਿ ਕਿੰਨੀ ਕੰਸਨਟ੍ਰੇਸ਼ਨ ਦੇ ਉੱਤੇ ਮੋਲਰ ਕੰਡਕਟੈਂਸ ਕਿੰਨੀ ਸੀ, ਕਿਉਂਕਿ ਉਹ ਯੂਨੀਫਾਰਮਲੀ ਜਿਹੜਾ ਸਟ੍ਰੇਟ ਲਾਈਨ ਦੇ ਵਿੱਚ ਹੀ ਇਨਕਰੀਜ਼ ਕਰ ਰਿਹਾ ਸੀ ਗ੍ਰਾਫ। ਇਹ ਕਿਹਦੀ ਗੱਲ ਹੋਊਗੀ? ਇਹ ਸਟਰੋਂਗ ਇਲੈਕਟ੍ਰੋਲਾਈਟ ਦੀ ਗੱਲ ਹੋਊਗੀ। ਨੈਕਸਟ ਫਿਰ ਆਪਣੇ ਕੋਲ ਕਿਹੜਾ ਆਇਆ? ਵੀਕ ਇਲੈਕਟ੍ਰੋਲਾਈਟ। ਜਦੋਂ ਵੀਕ ਇਲੈਕਟ੍ਰੋਲਾਈਟ ਦੀ ਗੱਲ ਕੀਤੀ ਸਾਇੰਟਿਸਟ ਨੇ, ਉਸ ਕੇਸ ਦੇ ਵਿੱਚ ਜਿੰਨਾ ਡਿਲਿਊਸ਼ਨ ਜਾਂ ਜਿੰਨੀ ਕੰਸਨਟ੍ਰੇਸ਼ਨ ਚੇਂਜ ਹੁੰਦੀ ਗਈ, ਉਹਨੇ ਆਇਨਸ ਜ਼ਿਆਦਾ ਪ੍ਰੋਡਿਊਸ ਹੁੰਦੇ ਗਏ, ਉਹਨੇ ਪਾਰਟੀਕਲ ਦੂਰ ਦੂਰ ਜਾਂਦੇ ਗਏ, ਉਨੀ ਕੰਡਕਟੈਂਸ ਇਨਕਰੀਜ਼ ਹੁੰਦੀ ਗਈ, ਜਿਹਦੇ ਲਈ ਐਟ ਇਨਫਾਈਨਾਈਟ ਜਾ ਕੇ ਸਟੱਡੀ ਹੋਈ। ਕਿਤੇ ਵੀ ਗ੍ਰਾਫ
ਕੰਟੈਕਟ ਆਪਸ ਦੇ ਵਿੱਚ ਐਕਸਿਸ ਨੂੰ ਟੱਚ ਨਹੀਂ ਕਰ ਰਹੀ ਸੀ ਲਾਈਨ। ਹੁਣ ਇਹਦੇ ਗ੍ਰਾਫ ਦੀ ਗੱਲ ਕਰਦਾ ਜੋ ਤੁਸੀਂ ਆਬਜ਼ਰਵ ਕਰੋਗੇ, ਇਹਦੇ ਗ੍ਰਾਫ ਦੇ ਵਿੱਚ ਕੀ ਹੋਇਆ, ਲੈਟ ਸੇਮ ਪੈਟਰਨ ਤੇ ਮੈਂ ਲੈ ਲਿਆ, ਮੋਲਰ ਕੰਡਕਟੈਂਸ ਲੈ ਲਈ, ਦੂਸਰੀ ਤਰਫ ਕੰਸਨਟ੍ਰੇਸ਼ਨ ਲੈ ਲਈ। ਸਾਇੰਟਿਸਟ ਨੇ ਕੀ ਆਬਜ਼ਰਵ ਕੀਤਾ, ਇਹਦਾ ਗ੍ਰਾਫ ਜਿਹੜਾ ਐਦਾਂ ਬਣਿਆ ਜੀ। ਇਸ ਐਕਸਿਸ ਦੇ ਵੱਲ ਵੀ ਜਾ ਕੇ ਇਨਫਾਈਨਾਈਟ ਦੇ ਉੱਪਰ, ਇੱਕ ਇਸ ਐਕਸਿਸ ਦੇ ਵੱਲ ਵੀ ਜਾ ਕੇ ਇਨਫਾਈਨਾਈਟ ਦੇ ਉੱਪਰ ਇਹਨੇ ਟੱਚ ਕੀਤਾ ਜਾਂ ਕੱਟ ਕੀਤਾ ਐਕਸਿਸ ਨੂੰ। ਇਨਫਾਈਨਾਈਟ ਹੁਣ ਕਿਹਨੇ ਦੇਖਿਆ, ਕਿਸੇ ਨੇ ਨਹੀਂ ਦੇਖਿਆ। ਇਹ ਕਿਹਦੇ ਕੇਸ ਦੇ ਵਿੱਚ ਹੈ, ਵੀਕ ਦੇ ਕੇਸ ਦੇ ਵਿੱਚ। ਜਿਉਂ-ਜਿਉਂ ਡਿਲੂਸ਼ਨ ਵੱਧਦਾ ਗਿਆ ਉਹਦੀ ਵੇਰੀਏਸ਼ਨ ਬਹੁਤ ਜ਼ਿਆਦਾ ਸ਼ੋ ਹੁੰਦੀ ਗਈ, ਜਿਹੜੀ ਇਨਫਾਈਨਾਈਟ ਤੇ ਮਿਲੀ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਸੀ, ਬਹੁਤ ਵੱਡੀ ਸਿਚੁਏਸ਼ਨ ਹੋ ਗਈ ਸਾਇੰਟਿਸਟ ਕੋਲੇ, ਜਿਹਨੂੰ ਓਵਰਕਮ ਕਰਨਾ ਬੜਾ ਮੁਸ਼ਕਲ ਸੀ ਕਿ ਆਪਾਂ ਵੀਕ ਦੀ ਕਿੱਦਾਂ ਵੈਲਿਊ ਫਾਈਂਡ ਕਰ ਸਕਦੇ ਹਾਂ। ਆਪਾਂ ਫਿਰ ਕੀ ਕਰ ਸਕਦੇ ਹਾਂ, ਕਿਵੇਂ ਕਹਿ ਸਕਦੇ ਹਾਂ ਕਿ ਵੀਕ ਦੀ ਕੰਡਕਟੈਂਸ ਇੰਨੀ ਹੈ। ਤਾਂ ਇਹਨੂੰ ਓਵਰਕਮ ਕਰਨ ਦੇ ਲਈ ਨੈਕਸਟ ਆਪਣੇ ਕੋਲੇ ਕਾਫੀ ਇੰਪੋਰਟੈਂਟ ਹੈ, ਇਹਨੂੰ 7 ਸਟਾਰ ਬਣਾ ਲਓ ਜੀ। ਟੂ ਮੱਚ ਇੰਪੋਰਟੈਂਟ ਹੈ, ਹਰ ਦੇ ਐਗਜ਼ਾਮ 'ਚ ਆਊਗਾ, ਹਰ ਐਗਜ਼ਾਮ 'ਚ ਤੇ ਹਰ ਸਕੂਲ ਦੇ ਐਗਜ਼ਾਮ 'ਚ ਆਣਾ ਹੀ ਆਣਾ ਹੈ। ਹੁਣ ਇਹਦੇ ਵਿੱਚ ਇਹਨੂੰ ਓਵਰਕਮ ਕਰਨ ਲਈ ਕੌਣ ਆਇਆ, ਇੱਕ ਸਾਇੰਟਿਸਟ ਆਇਆ ਕੋਲਰੌਸ਼ ਲੋ। ਕਿਹੜਾ, ਕੋਲਰੌਸ਼ ਨਾਮ ਦਾ ਸਾਇੰਟਿਸਟ ਆਇਆ, KOHLRAUSCH ਕੋਲਰੌਸ਼, ਇਟਾਲੀਅਨ ਨੇਮ ਨੇ ਇਹ, ਥੋੜੇ ਅਜੀਬ ਜਿਹੇ ਨੇ। ਕੋਲਰੌਸ਼ ਨਾਮ ਦਾ ਸਾਇੰਟਿਸਟ ਆਇਆ, ਉਹਨੇ ਆਪਣਾ ਇੱਕ ਲਾਅ ਦਿੱਤਾ, ਕਿਹੜਾ, ਕੋਲਰੌਸ਼ ਲਾਅ। ਕੋਲਰੌਸ਼ ਲਾਅ ਕੀ ਕਹਿੰਦਾ, ਇਹਦੀ ਇੱਕ ਡੈਫੀਨੇਸ਼ਨ ਹੈ, ਥਿਊਰੀ ਵਾਈਜ਼ ਲਿਖੋ ਸਾਰੇ। ਕੋਲਰੌਸ਼ ਦੇ ਅਕੋਰਡਿੰਗ ਪਹਿਲਾਂ ਇਹਨੂੰ ਸਮਝਾਉਣਾ, ਉਹ ਕਹਿੰਦਾ ਵੀ ਮੈਂ ਕਿਸੇ ਕੰਸਨਟ੍ਰੇਸ਼ਨ ਦੇ ਉੱਪਰ ਸਟੱਡੀ ਨਹੀਂ ਕਰਦਾ, ਮੈਂ ਸਿੱਧੀ ਗੱਲ ਹੀ ਇਨਫਾਈਨਾਈਟ ਦੀ ਕਰਦਾ। ਉਹ ਕਹਿੰਦਾ ਇਨਫਾਈਨਾਈਟ ਦੇ ਉੱਪਰ ਜਿਹੜੇ ਆਇਨ ਬਣਨਗੇ, ਚਾਹੇ ਉਹ ਸਟਰੋਂਗ ਦੇ ਹੋਣ ਚਾਹੇ ਉਹ ਵੀਕ ਦੇ ਹੋਣ, ਉਹ ਤਾਂ ਸੇਮ ਹੀ ਹੋਣਗੇ, ਆਇਨ ਤਾਂ ਆਇਨ ਹੀ ਹੋਣਗੇ। ਕਹਿੰਦਾ ਇਨਫਾਈਨਾਈਟ ਦੇ ਉੱਪਰ ਹਮੇਸ਼ਾ ਵੈਲਿਊ ਜਿਹੜੀ ਆਊਗੀ ਉਹ ਪਰਟੀਕੂਲਰ ਆਊਗੀ ਹੀ ਆਊਗੀ। ਡਜ਼ ਨਾਟ ਮੈਟਰ ਕਿ ਉਹ ਸਟਰੋਂਗ ਦਾ ਪਾਰਟ ਹੈ ਜਾਂ ਵੀਕ ਦਾ ਪਾਰਟ ਹੈ। ਹੁਣ ਇਹਦੀ ਡੈਫੀਨੇਸ਼ਨ ਲਿਖੋ, ਕੀ ਕਹਿੰਦਾ ਕੋਲਰੌਸ਼ ਲਾਅ, ਕਹਿੰਦਾ ਐਟ ਇਨਫਾਈਨਾਈਟ ਡਿਲੂਸ਼ਨ when dissociation is complete each ion of electrolyte will give particular value towards molar conductance irrespect with which it was attached। ਮੈਟਰ ਨਹੀਂ ਕਰਦਾ, ਕਹਿੰਦਾ ਉਹ ਕਿਹਦਾ ਪਾਰਟ ਸੀ, ਸਟਰੋਂਗ ਦਾ ਪਾਰਟ ਸੀ ਜਾਂ ਵੀਕ ਦਾ ਪਾਰਟ ਸੀ। ਜਿਵੇਂ ਮੈਂ ਇਹਦੇ 'ਚ ਡੈਫੀਨੇਸ਼ਨ ਤੋਂ ਬਾਅਦ ਤੁਹਾਨੂੰ ਦੱਸ ਦਿੰਦਾ, ਲੈਟ ਮੈਂ ਸਟਰੋਂਗ ਲੈ ਲਿਆ, HCl ਲੈ ਲਿਆ, ਸਿੰਪਲ ਜੀ ਗੱਲ ਹੈ, ਤੁਸੀਂ ਹੁਣੇ ਸਮਝੋਗੇ ਇਹਨੂੰ। H ਨੇ ਸਪਲਿਟ ਹੋ ਕੇ ਕੀ ਦਿੱਤਾ, H ਪੋਜ਼ਿਟਿਵ ਪਲੱਸ Cl ਨੈਗੇਟਿਵ। ਫਿਰ ਮੈਂ ਇੱਕ ਵੀਕ ਲੈ ਲਿਆ, CH3COOH, ਇਹ ਸਪਲਿਟ ਹੋ ਕੇ ਕੀ ਦੇਊਗਾ, CH3COO ਨੈਗੇਟਿਵ ਪਲੱਸ H ਪੋਜ਼ਿਟਿਵ। ਹੁਣ ਕੋਲਰੌਸ਼ ਕਹਿੰਦਾ ਮੈਂ ਇਨਫਾਈਨਾਈਟ ਤੇ ਖੜਾ ਹੈ, ਮੈਨੂੰ ਕੁਝ ਨਹੀਂ ਪਤਾ ਇਹ ਕਿੱਥੋਂ ਆਏ ਨੇ, ਆਹ ਵਾਲਾ H ਤੇ ਆਹ ਵਾਲਾ H ਕਹਿੰਦਾ ਸੇਮ ਵੈਲਿਊ ਦੇਊਗਾ irrespect with which it was attached। H ਤਾਂ ਕਹਿੰਦਾ H ਹੀ ਹੈ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਹੋਊਗੀ। ਹਾਂਜੀ, ਤਾਂ ਕੋਲਰੌਸ਼ ਨੇ ਜਦੋਂ ਆਪਣਾ ਲਾਅ ਦਿੱਤਾ ਤਾਂ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਮੇਨ 4 ਪ੍ਰੋਬਲਮ ਸੀਗੀਆਂ ਉਹ ਸੌਰਟ ਆਊਟ ਹੋ ਗਈਆਂ। ਪਹਿਲੀ ਪ੍ਰੋਬਲਮ ਕੀ ਸੀ, ਉਹ ਇਹ ਸਾਰੀਆਂ ਇਹਦੀਆਂ ਚਾਰੇ ਇਹਨੇ ਕੀ ਦਿੱਤੀਆਂ, ਆਪਣੀਆਂ ਐਪਲੀਕੇਸ਼ਨ ਦਿੱਤੀਆਂ ਜੀ। ਤਾਂ ਨੈਕਸਟ ਟੌਪਿਕ ਬਣਾਓ, ਐਪਲੀਕੇਸ਼ਨ ਆਫ ਕੋਲਰੌਸ਼ ਲਾਅ। ਫਸਟ ਐਪਲੀਕੇਸ਼ਨ ਦੀ ਗੱਲ ਕਰਦਾ, ਇਹ ਕੀ ਕਹਿੰਦਾ ਕੋਲਰੌਸ਼, ਫਸਟ ਐਪਲੀਕੇਸ਼ਨ ਟੂ ਫਾਈਂਡ ਦਾ ਮੋਲਰ ਕੰਡਕਟੈਂਸ ਆਫ ਵੀਕ ਇਲੈਕਟ੍ਰੋਲਾਈਟ ਵਿਦ ਦੀ ਹੈਲਪ ਆਫ ਸਟਰੋਂਗ। ਪਹਿਲੀ ਐਪਲੀਕੇਸ਼ਨ ਹੈ, ਮਤਲਬ ਇਹ ਹੈਲਪ ਕਰਦਾ, ਇਟ ਹੈਲਪਸ ਅਸ ਟੂ ਫਾਈਂਡ ਦੀ ਮੋਲਰ ਕੰਡਕਟੈਂਸ ਆਫ ਵੀਕ ਇਲੈਕਟ੍ਰੋਲਾਈਟ ਵਿਦ ਦੀ ਹੈਲਪ ਆਫ ਸਟਰੋਂਗ। ਇਹ ਡੈਫੀਨੇਸ਼ਨ ਸੌਰੀ ਪੁਆਇੰਟ ਬਣਾਓ, ਇਹਨੂੰ ਮੈਂ ਪ੍ਰੂਵ ਕਰਕੇ ਦਿਖਾਉਣਾ। ਇਹ ਲਿਖਣਾ ਤੁਸੀਂ ਮਤਲਬ ਐਜ਼ ਇਟ ਇਜ਼ ਥਿਊਰੀ ਬਣਾਉਣੀ ਹੈ। ਇਹਦੇ ਵਿੱਚ ਸਟਰੋਂਗ ਦੀ ਹੈਲਪ ਦੇ ਨਾਲ ਵੀਕ ਦੀ ਆਪਾਂ ਕਿਵੇਂ ਵੈਲਿਊ ਫਾਈਂਡ ਕਰ ਸਕਦੇ ਹਾਂ, ਬੜੇ ਨਿਊਮੈਰੀਕਲ ਆਉਣਗੇ। ਲੈਟ ਮੈਂ ਗੱਲ ਕਰਦਾ ਫਸਟ ਐਪਲੀਕੇਸ਼ਨ ਦੇ ਵਿੱਚ, ਮੇਰੇ ਕੋਲੇ ਵੀਕ ਉੱਪਰ ਵਾਲੇ ਲੈ ਲੈਣਾ ਮੈਂ, CH3COOH ਹੈ, ਇਹ ਸਪਲਿਟ ਹੋ ਕੇ ਕੀ ਦੇਊਗਾ, ਐਟ ਇਨਫਾਈਨਾਈਟ, ਇੱਦਾਂ ਲਿਖ ਕੇ ਇਹਦੇ ਉੱਪਰ 0 ਪਾ ਦੇਣੀ ਹੈ। ਇਨਫਾਈਨਾਈਟ ਰਿਪਰਜੈਂਟ ਕਰਦਾ ਕਿਹੜੀ, ਮੋਲਰ ਕੰਡਕਟੈਂਸ। ਹਾਂਜੀ, ਐਟ ਇਨਫਾਈਨਾਈਟ ਦੇ ਉੱਪਰ ਜਿਹੜਾ ਇਹ ਕੀ ਕਿਹੜੇ ਆਇਨ ਦੇਊਗਾ, CH3COO ਨੈਗੇਟਿਵ ਪਲੱਸ ਐਟ ਇਨਫਾਈਨਾਈਟ ਦੇ ਉੱਪਰ ਇਹ ਕੀ ਦੇਊਗਾ, H ਪੋਜ਼ਿਟਿਵ। ਹੁਣ ਮੇਰੇ ਕੋਲੇ ਅਗਰ ਕਿਤੋਂ ਨਾ ਕਿਤੋਂ ਸਟਰੋਂਗ ਤੋਂ ਆਹ ਵੈਲਿਊਜ਼ ਆ ਜਾਣ ਤਾਂ ਮੈਂ ਦੋਨਾਂ ਨੂੰ ਪਲੱਸ ਕਰ ਦੂੰਗਾ, ਮੇਰਾ ਵੀਕ ਦਾ ਆਨਸਰ ਆ ਜਾਊਗਾ।
ਤਾਂ ਇਹਨੇ ਕੀ ਕਿਹਾ, ਲਓ ਜੀ ਆਪਾਂ ਸਟਰੋਂਗ ਲੈ ਲੈਂਦੇ ਹਾਂ, ਵਿਦ ਦੀ ਹੈਲਪ ਆਫ ਸਟਰੋਂਗ ਕਰਨਾ ਹੈ। ਲੈਟ ਮੈਂ ਕੀ ਲੈ ਲਿਆ ਜੀ, HCl ਲੈ ਲਿਆ ਜੀ। ਫਸਟ ਮੈਂ ਇਹਦੇ 'ਚ ਪਾਰਟ ਲੈ ਲੈਣਾ ਕਿ HCl ਇਨਫਾਈਨਾਈਟ ਦੇ ਉੱਪਰ, ਇਨਫਾਈਨਾਈਟ ਵੀ ਲਿਖ ਸਕਦੇ ਹੋ, 0 ਵੀ ਲਿਖ ਸਕਦੇ ਹੋ ਤੁਸੀਂ, ਹੈ ਨਾ। ਇਨਫਾਈਨਾਈਟ ਦੇ ਉੱਪਰ HCl ਜਿਹੜਾ ਸਪਲਿਟ ਹੋਊਗਾ ਉਹ ਕੀ ਦੇਊਗਾ ਜੀ, ਐਟ ਇਨਫਾਈਨਾਈਟ ਜਿਹੜਾ ਹੈਗਾ H ਪੋਜ਼ਿਟਿਵ ਪਲੱਸ Cl ਨੈਗੇਟਿਵ। ਦੂਸਰਾ ਮੈਂ ਸਟਰੋਂਗ ਲੈ ਲਿਆ, ਲੈਟ ਇਨਫਾਈਨਾਈਟ ਦੇ ਉੱਪਰ ਕਿਹੜਾ NaCl ਲੈ ਲਿਆ ਜੀ, ਉਹਨੇ ਸਪਲਿਟ ਹੋ ਕੇ ਕੀ ਦੇਣਾ ਹੈ, ਐਟ ਇਨਫਾਈਨਾਈਟ ਜਿਹੜਾ ਹੈਗਾ Na ਪੋਜ਼ਿਟਿਵ ਦੇਊਗਾ ਪਲੱਸ Cl ਨੈਗੇਟਿਵ ਦੇਊਗਾ। ਥਰਡ ਮੈਂ ਸਟਰੋਂਗ ਲੈ ਲਿਆ ਜੀ ਇਨਫਾਈਨਾਈਟ ਦੇ ਉੱਪਰ CH3COO Na, ਇਹ ਸਟਰੋਂਗ ਹੈ ਜੀ। H ਲੱਗ ਜਾਂਦਾ ਤਾਂ ਇਹ ਵੀਕ ਇਲੈਕਟ੍ਰੋਲਾਈਟ ਬਣ ਜਾਂਦਾ, ਜਦੋਂ Na ਲੱਗ ਜਾਂਦਾ ਤਾਂ ਇਹ ਇੱਕ ਸਟਰੋਂਗ ਇਲੈਕਟ੍ਰੋਲਾਈਟ ਬਣ ਜਾਂਦਾ ਹੈ। ਇਹ ਸਪਲਿਟ ਹੋ ਕੇ ਇਨਫਾਈਨਾਈਟ ਦੇ ਉੱਪਰ ਕੀ ਦੇਊਗਾ, CH3COO ਨੈਗੇਟਿਵ ਪਲੱਸ ਇਨਫਾਈਨਾਈਟ ਦੇ ਉੱਪਰ H ਪੋਜ਼ਿਟਿਵ ਰਿਪਰੈਜ਼ੈਂਟ ਦੇਊਗਾ। ਹਾਂਜੀ, ਹੁਣ ਆਪਾਂ ਕੀ ਅਬਜ਼ਰਵ ਕਰ ਰਹੇ ਹਾਂ, ਮੈਨੂੰ ਕੀ ਚਾਹੀਦਾ, ਦਿਸ ਵਨ ਪਲੱਸ ਦਿਸ ਵਨ, ਇਹ ਵੀਕ ਦਾ ਪਾਰਟ ਹੈ। ਆਹ ਤਿੰਨੋਂ ਮੈਂ ਕੀ ਲਏ ਨੇ, ਸਟਰੋਂਗ ਲੈ ਲਏ ਜੀ, ਠੀਕ ਹੈ ਜੀ। ਹੁਣ ਮੈਨੂੰ ਕੀ ਆਪਾਂ ਕੀ ਅਬਜ਼ਰਵ ਕਰ ਰਹੇ ਹਾਂ, ਸਿੰਪਲ ਜੀ ਕਾਮਨ ਸੈਂਸ ਹੈ। ਅਗਰ ਮੈਂ ਸੌਰੀ ਇੱਥੇ Na ਆਊਗਾ ਜੀ, Na ਪੋਜ਼ਿਟਿਵ ਸਪਲਿਟ ਹੋਇਆ, ਹਾਂਜੀ ਇੱਥੇ Na ਆਉਣਾ। ਹੁਣ ਮੈਨੂੰ ਚਾਹੀਦਾ ਦਿਸ ਪਲੱਸ ਦਿਸ, ਠੀਕ ਹੈ ਜੀ, ਤਾਂ ਮੇਰਾ ਆਹ ਚੀਜ਼ ਬਣ ਰਹੀ ਹੈ। ਬਟ ਜਦੋਂ ਇਹਨਾਂ ਦੋਨਾਂ ਨੂੰ ਐਡ ਕਰ ਰਹੇ ਹਾਂ ਤਾਂ Na ਪਲੱਸ Cl ਵੀ ਬਣ ਰਿਹਾ ਨਾਲ। ਫਿਰ ਮੇਰੇ ਕੋਲ ਇੱਕ NaCl ਸਟਰੋਂਗ ਪਿਆ, ਇਹਨੂੰ ਮੈਂ ਕੀ ਕਰ ਦੂੰਗਾ, ਮਾਈਨਸ ਕਰ ਦੂੰਗਾ, ਤਾਂ ਮੇਰਾ ਰਿਜ਼ਲਟ ਆ ਜਾਊਗਾ। ਕਹਿਣ ਦਾ ਭਾਵ ਮੈਂ ਹੁਣ ਕੀ ਕਰ ਸਕਦਾ, 3 + 1 - 2, ਮੈਂ ਕੀ ਕਰੂੰਗਾ, 3 + 1 - 2। ਕੀ ਅਬਜ਼ਰਵ ਕਰ ਰਹੇ ਆਪਾਂ, 3 ਦੇ ਵਿੱਚ ਕੀ ਹੈ, ਇਨਫਾਈਨਾਈਟ ਦੇ ਉੱਪਰ CH3COO ਨੈਗੇਟਿਵ ਪਲੱਸ ਇਨਫਾਈਨਾਈਟ ਦੇ ਉੱਪਰ Na ਪੋਜ਼ਿਟਿਵ ਪਲੱਸ ਫਸਟ ਦੇ ਵਿੱਚ ਕੀ H ਪੋਜ਼ਿਟਿਵ ਤੇ Cl ਨੈਗੇਟਿਵ, ਇਨਫਾਈਨਾਈਟ ਦੇ ਉੱਪਰ H ਪੋਜ਼ਿਟਿਵ ਪਲੱਸ ਇਨਫਾਈਨਾਈਟ ਦੇ ਉੱਪਰ Cl ਨੈਗੇਟਿਵ। ਸੈਕੰਡ ਦੇ ਵਿੱਚ ਕੀ ਹੈ, NaCl ਜੀ, ਤਾਂ ਇਹਨੂੰ ਮਾਈਨਸ ਕਰਨਾ ਹੈ ਜੀ। ਮਾਈਨਸ ਕਰਦਾ ਮੈਂ ਕਿ ਇਨਫਾਈਨਾਈਟ ਦੇ ਉੱਪਰ Na ਪੋਜ਼ਿਟਿਵ ਮਾਈਨਸ ਇਨਫਾਈਨਾਈਟ ਦੇ ਉੱਪਰ Cl ਨੈਗੇਟਿਵ। ਤਾਂ ਕੀ ਅਬਜ਼ਰਵ ਕਰ ਰਹੇ ਹਾਂ, Cl ਦੇ ਨਾਲ Cl ਕੱਟ ਗਿਆ ਜੀ, Na ਦੇ ਨਾਲ Na ਕੱਟ ਗਿਆ। ਕੀ ਬਚੀਆਂ ਆਪਣੇ ਕੋਲੇ, ਮੇਨ 2 ਟਰਮ ਬਚੀਆਂ ਜੋ ਮੈਨੂੰ ਚਾਹੀਦੀਆਂ ਸੀ। ਆਇਆ ਕਿੱਥੋਂ, ਸਟਰੋਂਗ ਤੋਂ, ਆਇਆ ਕਿਹਦੀ ਵੈਲਿਊ, ਵੀਕ ਦੀ ਵੈਲਿਊ ਆ। ਇਹ ਦੀ ਫਸਟ ਐਪਲੀਕੇਸ਼ਨ ਸੀਗੀ ਜੀ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਊਗੀ। ਹੁਣ ਇਹਦੇ ਵਿੱਚ ਐਕਚੁਅਲੀ ਹੈ ਕੀ ਚੀਜ਼, ਕਾਫੀ ਨਿਊਮੈਰੀਕਲ ਮਿਲਣਗੇ ਤੁਹਾਨੂੰ, ਸਟਰੋਂਗ ਦਿੱਤੇ ਹੋਣਗੇ, ਉਹਨਾਂ ਤੋਂ ਵੀਕ ਕਹਿ ਦੇਣਗੇ ਇਹਦੀ ਵੈਲਿਊ ਚਾਹੀਦੀ ਹੈ। ਤੁਹਾਨੂੰ ਅੰਡਰਸਟੂਡ ਹੋਣਾ ਚਾਹੀਦਾ ਵੀ ਕਿਹਨੂੰ ਆਪਾਂ ਪਲੱਸ ਕਰੀਏ, ਕਿਹਨੂੰ ਮਾਈਨਸ ਕਰੀਏ। ਸਿੰਪਲ ਜੀ ਗੱਲ ਹੈ, ਪ੍ਰੈਕਟਿਸ ਦੇ ਨਾਲ ਕਲੀਅਰ ਹੋ ਜਾਊਗਾ ਤੁਹਾਨੂੰ ਨਿਊਮੈਰੀਕਲ ਦੀ। ਫਸਟ ਐਪਲੀਕੇਸ਼ਨ। ਸੈਕੰਡ ਐਪਲੀਕੇਸ਼ਨ ਦੀ ਮੈਂ ਗੱਲ ਕਰਦਾ, ਵੀਕ ਦੀ ਹੀ ਸਟੱਡੀ ਕੀਤੀ ਇਹਨੇ। ਕਹਿੰਦਾ ਵੀਕ ਦੇ ਕੇਸ ਦੇ ਵਿੱਚ ਡਿਸੋਸੀਏਸ਼ਨ ਕਾਂਸਟੈਂਟ ਤੇ ਡਿਗਰੀ ਆਫ ਡਿਸੋਸੀਏਸ਼ਨ, 2 ਐਪਲੀਕੇਸ਼ਨ ਨੇ ਇਹਨੇ ਫਾਈਂਡ ਕੀਤੀਆਂ। ਪਹਿਲੀ ਗੱਲ ਕਰਦਾ ਹੈ ਡਿਗਰੀ ਆਫ ਡਿਸੋਸੀਏਸ਼ਨ, ਕਹਿੰਦਾ ਵੀਕ ਦੀ ਕਿੱਦਾਂ ਫਾਈਂਡ ਕਰੋਗੇ, ਉਹ ਕੀ ਹੁੰਦੀ ਹੈ, ਅਲਫਾ ਹੁੰਦੀ ਹੈ ਜੀ। ਕਹਿੰਦਾ ਅਲਫਾ ਕੀ ਹੋਊਗੀ ਵੀਕ ਦੀ, ਕਹਿੰਦਾ ਮੋਲਰ ਕੰਡਕਟੈਂਸ ਐਟ ਐਨੀ ਕੰਸਨਟ੍ਰੇਸ਼ਨ ਡਿਵਾਈਡ ਬਾਏ ਮੋਲਰ ਕੰਡਕਟੈਂਸ ਜਿਹੜੀ ਹੈਗੀ ਹੈ ਐਟ ਇਨਫਾਈਨਾਈਟ ਦੇ ਉੱਪਰ। ਦੋਨਾਂ ਨੂੰ ਡਿਵਾਈਡ ਕਰ ਦਿਓ, ਤੁਹਾਡੇ ਕੋਲੇ ਵੀਕ ਦੇ ਕੇਸ ਦੇ ਵਿੱਚ ਡਿਗਰੀ ਆਫ ਡਿਸੋਸੀਏਸ਼ਨ ਆ ਜਾਏਗਾ। ਹੁਣ ਐਟ ਐਨੀ ਕੰਸਨਟ੍ਰੇਸ਼ਨ ਕਿਵੇਂ ਫਾਈਂਡ ਕਰਦੇ ਆ, ਪਿੱਛੇ ਆਪਾਂ ਸਟੱਡੀ ਕੀਤਾ ਹੋਇਆ ਆ ਪਿਆ ਜੀ। ਇਕੁਇਵਲੈਂਟ ਦੇ ਲਈ ਆਹ ਹੈ, ਮੋਲਰ ਦੇ ਲਈ ਆਹ ਵਾਲਾ ਪਿਆ। ਤੇ ਐਟ ਇਨਫਾਈਨਾਈਟ ਕਿਵੇਂ ਕਰਾਂਗੇ, ਹੁਣੇ ਆਪਾਂ ਜਿਹੜੀ ਆਹ ਐਪਲੀਕੇਸ਼ਨ ਕੀਤੀ ਹੈ, ਫਸਟ ਐਪਲੀਕੇਸ਼ਨ ਹੈ ਇਨਫਾਈਨਾਈਟ ਦੇ ਉੱਪਰ ਫਾਈਂਡ ਕਰਦੀ ਹੈ। ਦੋਨਾਂ ਦੀਆਂ ਵੈਲਿਊਜ਼ ਨੂੰ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲੇ ਕੀ ਆ ਜਾਊਗਾ ਜੀ, ਅਲਫਾ ਆ ਜਾਊਗਾ ਵੀਕ ਦੇ ਕੇਸ ਦੇ ਵਿੱਚ, ਡਿਗਰੀ ਆਫ ਡਿਸੋਸੀਏਸ਼ਨ। ਥਰਡ ਇਹਨੇ ਐਪਲੀਕੇਸ਼ਨ ਆਪਾਂ ਨੂੰ ਕੀ ਦਿੱਤੀ, ਡਿਸੋਸੀਏਸ਼ਨ ਕਾਂਸਟੈਂਟ ਫॉर ਵੀਕ ਇਲੈਕਟ੍ਰੋਲਾਈਟ। ਹੁਣ ਵੀਕ ਇਲੈਕਟ੍ਰੋਲਾਈਟ ਦੇ ਲਈ ਡਿਸੋਸੀਏਸ਼ਨ ਕਾਂਸਟੈਂਟ ਕਹਿੰਦਾ ਕਿਵੇਂ ਫਾਈਂਡ ਕਰ ਸਕਦੇ ਹੋ, ਜਸਟ K ਹੁੰਦਾ, ਉਹ ਤਾਂ ਆਪਾਂ ਨੂੰ ਪਤਾ K ਕਾਂਸਟੈਂਟ K ਲੈ ਲਿਆ। ਉਹਨੂੰ ਕਹਿੰਦਾ ਕਿਵੇਂ ਫਾਈਂਡ ਕਰੋਗੇ, C⁴/1 - ਅਲਫਾ ਪੁੱਟ ਕਰ ਦੋ, ਤੁਹਾਡਾ ਆਨਸਰ ਆ ਜਾਊਗਾ ਜੀ। ਡਿਸੋਸੀਏਸ਼ਨ ਕਾਂਸਟੈਂਟ ਫॉर ਵੀਕ ਇਲੈਕਟ੍ਰੋਲਾਈਟ ਕੀ ਹੋਏਗਾ, C⁴/1 - ਅਲਫਾ, ਵੇਅਰ ਅਲਫਾ ਇਜ਼ ਆ ਉੱਪਰ ਫਾਈਂਡ ਕੀਤਾ ਹੈ। C ਕੀ ਹੈ, ਕੰਸਨਟ੍ਰੇਸ਼ਨ ਆਫ ਇਲੈਕਟ੍ਰੋਲਾਈਟ, ਕਿੰਨੀ ਕੰਸਨਟ੍ਰੇਸ਼ਨ ਤੁਸੀਂ ਉਹਦੀ ਸਟੱਡੀ ਕਰ ਰਹੇ ਹੋ। K ਕੀ ਹੈ ਇੱਥੇ, ਡਿਸੋਸੀਏਸ਼ਨ ਕਾਂਸਟੈਂਟ ਵੀਕ ਇਲੈਕਟ੍ਰੋਲਾਈਟ ਦਾ।
3 ਐਪਲੀਕੇਸ਼ਨ ਹੋ ਗਈਆਂ ਜੀ। ਥਰਡ ਇਹਦੀ ਐਪਲੀਕੇਸ਼ਨ ਹੈਗੀ ਹੈ, ਤੁਸੀਂ ਇਹਨਾਂ ਦੇ ਇਹਦੇ ਵਿੱਚ ਕੀ ਲਿਖਣਾ, ਟੂ ਫਾਈਂਡ, ਹੈਡਿੰਗ ਕੀ ਦੇਣੀ ਹੈ ਇਸ ਐਪਲੀਕੇਸ਼ਨ ਦੀ, ਟੂ ਫਾਈਂਡ ਡਿਗਰੀ ਆਫ ਡਿਸੋਸੀਏਸ਼ਨ। ਇਹਦੇ ਵਿੱਚ ਕੀ ਦਿਓਗੇ, ਟੂ ਹੈਲਪਸ ਅਸ ਟੂ ਫਾਈਂਡ ਡਿਸੋਸੀਏਸ਼ਨ ਕਾਂਸਟੈਂਟ, ਹੈ ਨਾ। ਉਸ ਤੋਂ ਬਾਅਦ ਇਹ ਇਕੁਏਸ਼ਨ ਲਿਖ ਦਿਓ। ਫੋਰਥ ਐਪਲੀਕੇਸ਼ਨ ਇਹਦੀ, ਇਟ ਹੈਲਪਸ ਅਸ ਟੂ ਫਾਈਂਡ ਦ ਸੋਲੂਬਿਲਿਟੀ ਆਫ ਸਪਰਿੰਗਲੀ ਸੋਲੂਬਲ ਸਾਲਟ। ਬਹੁਤ ਸਾਰੇ ਸੋਲੂਬਲ ਸਾਲਟ ਹੁੰਦੇ ਨੇ ਜਿਨ੍ਹਾਂ ਦੀ ਸੋਲੂਬਿਲਿਟੀ ਆਪਾਂ ਈਜ਼ੀਲੀ ਫਾਈਂਡ ਨਹੀਂ ਕਰ ਸਕਦੇ, ਬਹੁਤ ਘੱਟ ਸੋਲੂਬਿਲਿਟੀ ਹੁੰਦੀ ਹੈ। ਉਹਨਾਂ ਦੀ ਸੋਲੂਬਿਲਿਟੀ ਫਾਈਂਡ ਕਰਨ ਦੇ ਲਈ ਕੈਲਰੋਸ਼ ਲਾਅ ਨੇ ਆਪਣੀ ਕਾਫੀ ਹੈਲਪ ਕੀਤੀ। ਇਹਦੇ ਵਿੱਚ ਕਿਵੇਂ ਇਹ ਇਕੁਏਸ਼ਨ, ਇਹ ਹੈਡਿੰਗ ਦੇਣ ਤੋਂ ਬਾਅਦ ਟੂ ਫਾਈਂਡ ਦਾ ਸੋਲੂਬਿਲਿਟੀ ਆਫ ਸਪਰਿੰਗਲੀ ਸੋਲੂਬਲ ਸਾਲਟ। ਹੁਣ ਇੱਕ ਆਪਾਂ ਇਕੁਏਸ਼ਨ ਕੀਤੀ ਹੋਈ ਆ, ਮੋਲਰ ਕੰਡਕਟੈਂਸ ਜਿਹੜੀ ਹੈਗੀ ਐਟ ਐਨੀ ਕੰਸਨਟ੍ਰੇਸ਼ਨ ਇਜ਼ ਇਕੁਅਲ ਟੂ K × 1000 ਅਪੋਨ ਮੋਲੈਰਿਟੀ। ਇਹ ਕੀਤਾ ਨਾ। ਹੁਣ ਮੋਲੈਰਿਟੀ ਆਪਾਂ ਜਿੰਨੇ ਇਹ ਸੋਲੂਸ਼ਨ ਪੜ੍ਹਨੇ ਨੇ, ਜਿਹੜੀ ਇਹ ਸੋਲੂਸ਼ਨ ਦੀ ਸਟੱਡੀ ਕਰ ਰਹੇ ਹਾਂ ਇਲੈਕਟ੍ਰੋਕੈਮਿਸਟਰੀ ਦੇ ਵਿੱਚ, ਇਹ ਸਾਰੇ ਸੈਚੂਰੇਟਡ ਸੋਲੂਸ਼ਨ ਨੇ ਜੀ। ਹੁਣ ਸੈਚੂਰੇਟਡ ਸੋਲੂਸ਼ਨ ਤੁਹਾਨੂੰ ਸੋਲੂਸ਼ਨ ਚੈਪਟਰ 'ਚ ਪੂਰਾ ਡਿਟੇਲ ਸਮਝਾਇਆ ਹੋਇਆ। ਸੈਚੂਰੇਟਡ ਸੋਲੂਸ਼ਨ ਦੇ ਨਾਲ ਹੀ ਸੋਲੂਬਿਲਿਟੀ ਜਿਹੜੀ ਹੈਗੀ ਆ ਕੋਰਿਲੇਟ ਹੁੰਦੀ ਹੈ। ਸੋਲਿਊਟ ਦੀ ਕੀ ਬਣ ਜਾਂਦੀ ਆ, ਉਹ ਸੋਲੂਬਿਲਿਟੀ ਬਣ ਜਾਂਦੀ ਹੈ। ਸੋਲੂਸ਼ਨ ਉਹ ਕੀ ਕਹਾਉਂਦਾ, ਸੈਚੂਰੇਟਡ ਸੋਲੂਸ਼ਨ ਕਹਾਉਂਦਾ। ਕਹਿਣ ਦਾ ਭਾਵ ਉਹਦੇ ਨਾਲ ਇੰਟਰਲਿੰਕ ਕਰਕੇ ਮੈਂ ਮੋਲੈਰਿਟੀ ਨੂੰ, ਜਦੋਂ ਉਹ ਸੋਲੂਸ਼ਨ ਕੀ ਹੈ ਸੈਚੂਰੇਟਡ ਹੈ, ਤਾਂ ਮੋਲੈਰਿਟੀ ਨੂੰ ਮੈਂ ਸੋਲੂਬਿਲਿਟੀ ਲਿਖ ਸਕਦਾ। ਤਾਂ ਆਪਣੇ ਕੋਲੇ ਇਕੁਏਸ਼ਨ ਮੇਨ ਕੀ ਬਣ ਗਈ, ਐਟ ਐਨੀ ਕੰਸਨਟ੍ਰੇਸ਼ਨ K × 1000 ਅਪੋਨ ਸੋਲੂਬਿਲਿਟੀ। ਤਾਂ ਸੋਲੂਬਿਲਿਟੀ ਆਪਾਂ ਉੱਪਰ ਲੈ ਜਾਾਂਗੇ, ਇਹਨੂੰ ਆਪਾਂ ਨੀਚੇ ਲੈ ਜਾਾਂਗੇ, ਤਾਂ ਈਜ਼ੀਲੀ ਆਪਾਂ ਸਪਰਿੰਗਲੀ ਸੋਲੂਬਲ ਸਾਲਟ ਦੀ ਸੋਲੂਬਿਲਿਟੀ ਜਿਹੜੀ ਹੈਗੀ ਹੈ, ਜਿਨ੍ਹਾਂ ਦੀ ਈਜ਼ੀਲੀ ਫਾਈਂਡ ਨਹੀਂ ਹੁੰਦੀ, ਵਿਦ ਦ ਹੈਲਪ ਆਫ ਕੈਲਰੋਸ਼ ਲਾਅ ਆਪਾਂ ਫਾਈਂਡ ਕਰ ਲਾਂਗੇ। ਇਹ ਕੈਲਰੋਸ਼ ਲਾਅ ਸੀ, ਇਹਦੀਆਂ ਐਪਲੀਕੇਸ਼ਨ ਸੀ 4। ਹੋਪ ਕਿ ਸਾਰਿਆਂ ਨੂੰ ਸਮਝ ਆ ਗਈਆਂ ਹੋਣਗੀਆਂ। ਹੁਣ ਇੱਕ 7 ਸਟਾਰ ਪੁਆਇੰਟ ਬਣਾਓ, ਬੜਾ ਇੰਪੋਰਟੈਂਟ ਹੈ, 1 ਨੰਬਰ ਦਾ ਆਮ ਆ ਜਾਂਦਾ ਕੁਐਸਚਨ। ਲਿਖੋ ਸਟਾਰ ਪੁਆਇੰਟ। ਇਹਦੇ 'ਚ ਸਿੱਧਾ ਮੈਂ ਇਕੁਏਸ਼ਨ ਹੀ ਲਿਖਾਣਾ, ਮਤਲਬ ਸਟੇਟਮੈਂਟ ਲਿਖਾਉਣਾ। ਇਹਦੇ 'ਚ ਤੁਸੀਂ ਇਹ ਲਿਖੋ, ਵਿਦ ਇਨਕਰੀਜ਼ ਇਨ ਡਿਲੂਸ਼ਨ ਕੰਡਕਟੈਂਸ ਇਨਕਰੀਜ਼ਸ ਬਟ ਕੰਡਕਟਿਵਿਟੀ ਡਿਕਰੀਜ਼ਸ। ਹਾਈਲਾਈਟ ਕਰ ਲਿਓ। ਕੰਡਕਟੈਂਸ ਦੇਖੋ ਕੀ ਹੁੰਦੀ ਹੈ, ਓਵਰਆਲ ਸਾਰੇ ਸੋਲੂਸ਼ਨ ਦੀ ਜਿਹੜੀ ਵੈਲਿਊ ਹੋਊਗੀ, ਬਟ ਕੰਡਕਟਿਵਿਟੀ ਇੱਕ ਯੂਨਿਟ ਵੋਲੀਅਮ ਵਾਲੇ ਦੀ ਹੋਊਗੀ। ਸਿੰਪਲ ਜੀ ਗੱਲ ਹੈ, ਡਿਲੂਸ਼ਨ ਇਨਕਰੀਜ਼ ਹੋਣ ਦੇ ਨਾਲ ਨੰਬਰ ਵੀਕ ਦੇ ਕੇਸ ਦੇ ਵਿੱਚ, ਇਲੈਕਟ੍ਰੋਲਾਈਟ ਦੇ ਵੀਕ ਦੇ ਕੇਸ ਦੇ ਵਿੱਚ ਜਿਹੜੇ ਆਇਨਸ ਇਨਕਰੀਜ਼ ਹੁੰਦੇ ਨੇ। ਮੈਂ ਗੱਲ ਕਰਦਾ ਟੋਟਲ ਆਇਨ ਪਹਿਲਾਂ 10 ਸੀ, ਬਾਅਦ ਦੇ ਵਿੱਚ ਇਨਫਾਈਨਾਈਟ ਤੇ ਜਾ ਕੇ ਉਹ 20 ਹੋ ਗਏ, ਤੱਕ ਆਇਨਸ ਇਨਕਰੀਜ਼ ਹੋਏ, ਉਨੀ ਆਪਣੀ ਕੰਡਕਟੈਂਸ ਇਨਕਰੀਜ਼ ਹੋ ਗਈ। ਫਸਟ ਪੁਆਇੰਟ ਤੁਹਾਨੂੰ ਕਲੀਅਰ ਹੈ। ਹੁਣ ਮੈਂ ਗੱਲ ਕਰਦਾ ਕੰਡਕਟਿਵਿਟੀ ਦੀ। ਕੰਡਕਟਿਵਿਟੀ ਦੇ ਕੇਸ ਦੇ ਵਿੱਚ ਆਪਾਂ ਨੂੰ ਪਤਾ ਯੂਨਿਟ ਵੋਲੀਅਮ ਦੇ ਵਿੱਚ ਹੁੰਦਾ। ਪਹਿਲਾਂ ਆਇਨਸ ਯੂਨਿਟ ਦੇ ਵਿੱਚ ਲੈਟ, ਇੱਕ ਰੂਮ ਦੇ ਵਿੱਚ, ਛੋਟੇ ਜਿਹੇ ਰੂਮ ਦੇ ਵਿੱਚ 4 ਬੰਦੇ ਸੀ, ਬਾਅਦ 'ਚ ਉਹਨਾਂ ਨੂੰ ਹਾਲ 'ਚ ਕਰਤਾ ਤਾਂ ਡੈਂਸਿਟੀ ਡਿਕਰੀਜ਼ ਹੋ ਗਈ। ਉਹੀ ਸਿਸਟਮ ਇੱਥੇ ਕਰਦਾ ਮੈਂ, ਪਹਿਲਾਂ ਉੱਥੇ ਯੂਨਿਟ ਵੋਲੀਅਮ ਦੇ ਵਿੱਚ 4 ਸੀਗੇ, ਬਾਅਦ 'ਚ ਵੋਲੀਅਮ ਇਨਕਰੀਜ਼ ਕਰਤਾ ਤਾਂ ਯੂਨਿਟ ਵੋਲੀਅਮ ਦੇ ਵਿੱਚ ਵੀ ਬੰਦੇ ਜਿਹੜੇ ਹੈਗੇ ਨੇ, ਆਇਨਸ ਜਿਹੜੇ ਹੈਗੇ ਨੇ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਕੰਡਕਟੈਂਸ ਹੁੰਦੀ ਹੈ ਉਹ ਡਿਕਰੀਜ਼ ਹੋ ਗਈ, ਸੋ ਕੰਡਕਟਿਵਿਟੀ ਵੀ ਡਿਕਰੀਜ਼ ਹੋ ਗਈ। ਬੜਾ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਕੀ ਆਉਂਦਾ ਜੀ, ਕੈਲਰੋਸ਼ ਲਾਅ ਕਲੀਅਰ ਹੋ ਗਿਆ, ਇਹਦੀਆਂ ਐਪਲੀਕੇਸ਼ਨ ਵੀ ਕਲੀਅਰ ਹੋ ਗਈਆਂ। ਨੈਕਸਟ ਆਪਣੇ ਕੋਲੇ ਜਿਹੜਾ ਹੈਗਾ ਇਹਦੇ 'ਚ ਕਾਫੀ ਇੰਪੋਰਟੈਂਟ ਟੌਪਿਕ ਹੈ, ਸੈਲਸ ਦੀ ਸਟੱਡੀ ਕਰਦੇ ਹਾਂ, ਇਲੈਕਟ੍ਰੋਲਿਟਿਕ ਸੈੱਲ ਤੇ ਇਲੈਕਟ੍ਰੋਕੈਮੀਕਲ ਸੈੱਲ। ਹਾਂਜੀ, ਪਹਿਲੀ ਤੁਸੀਂ ਗੱਲ ਕਰੋ, ਆਪਾਂ ਸਟੱਡੀ ਕਰਦੇ ਹਾਂ ਇਲੈਕਟ੍ਰੋਲਿਟਿਕ ਸੈੱਲ। ਫਸਟ ਵਨ ਇਸ ਦਾ ਲਿਖੋ ਸਾਰੇ, ਇਲੈਕਟ੍ਰੋਲਿਟਿਕ ਸੈੱਲ। ਹੁਣ ਇਲੈਕਟ੍ਰੋਲਿਟਿਕ ਸੈੱਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਕੀ ਹੁੰਦੀ ਹੈ, ਥਿਊਰੀ ਲਿਖੋ ਇਹ। ਇਹਦੇ 'ਚ ਫਿਨੋਮੀਨਾ ਹੁੰਦਾ ਇਲੈਕਟ੍ਰੋਲਿਸਿਸ। ਇਲੈਕਟ੍ਰੋਲਿਸਿਸ ਦੀ ਡੈਫੀਨੇਸ਼ਨ ਲਿਖੋ, ਕੀ ਹੁੰਦਾ ਇਲੈਕਟ੍ਰੋਲਿਸਿਸ, ਫਿਨੋਮੀਨਾ ਕੀ ਹੈਗਾ। ਇਹ ਪਹਿਲਾਂ ਵੀ ਆਪਾਂ +1 ਦੇ ਵਿੱਚ ਵੀ ਕੀਤਾ ਹੈਗਾ। ਡਿਸੋਸੀਏਸ਼ਨ ਆਫ ਇਲੈਕਟ੍ਰੋਲਾਈਟ ਹੈ ਨਾ, ਇਨਟੂ ਇਟਸ ਕਨਸਟੀਟਿਊਐਂਟ ਪਾਰਟੀਕਲਸ ਲਿਖ ਲਓ ਜਾਂ ਆਇਨਸ ਲਿਖ ਲਓ, ਬਾਈ ਪਾਸਿੰਗ ਇਲੈਕਟ੍ਰਿਸਿਟੀ ਥਰੂ ਇਟ, ਉਹਨੂੰ ਆਪਾਂ ਕੀ ਕਹਿੰਦੇ ਆ, ਇਲੈਕਟ੍ਰੋਲਿਸਿਸ ਕਹਿੰਦੇ ਆ ਜੀ। ਹੁਣ ਇਲੈਕਟ੍ਰੋਲਿਸਿਸ ਦੇ ਲਈ ਆਪਾਂ ਜਿਵੇਂ ਮੰਨ ਲਓ ਮੈਂ ਸਿੰਪਲ ਜਿਹਾ ਇੱਕ ਬਣਾ ਦਿੰਦਾ ਤੁਹਾਨੂੰ ਡਾਇਗਰਾਮ ਜੀ। ਲੈਟ ਮੇਰੇ ਕੋਲ ਇੱਥੇ ਕੋਈ ਸਾਲਟ ਹੈਗਾ, ਕੋਈ ਵੀ ਲੈ ਲਓ, ਲੈਟ ਮੋਲਟਨ ਲੈ ਲਿਆ, ਜਾਂ ਸਿੰਪਲ ਹੀ ਲੈ ਲਓ ਵਾਟਰ ਲੈ ਲਿਆ ਜੀ। ਸਿੰਪਲ ਮੈਂ ਇਲੈਕਟ੍ਰੋਲਿਸਿਸ ਕਿਵੇਂ ਹੁੰਦਾ, ਵਾਟਰ ਲੈ ਲਈ, ਇੱਕ ਇਹਦਾ ਕੈਥੋਡ ਲੈ ਲਿਆ ਪੋਜ਼ਿਟਿਵ ਟਰਮੀਨਲ, ਇੱਕ ਇਹਦਾ ਨੈਗੇਟਿਵ ਟਰਮੀਨਲ, ਲੈਟ
ਕੋਈ ਵੀ ਲੈ ਲਓ, ਪੋਜ਼ਿਟਿਵ ਨੈਗੇਟਿਵ ਟਰਮੀਨਲ ਲਿਆ, ਕਨੈਕਟ ਕੀਤਾ ਤਾਂ ਆਪਾਂ ਨੂੰ ਪਤਾ ਹੈ ਲੈਟ ਆ ਕੈਥੋਡ ਹੈ, ਆ ਕੀ ਹੈ ਅਨੋਡ ਹੈ। ਕੈਥੋਡ ਕੀ ਹੁੰਦਾ ਨੈਗੇਟਿਵ ਹੁੰਦਾ, ਅਨੋਡ ਕੀ ਹੁੰਦਾ ਜਨਰਲੀ ਪੋਜ਼ਿਟਿਵ ਹੁੰਦਾ। ਤਾਂ ਜਦੋਂ ਇਹ 'ਚ ਕਰੰਟ ਪਾਸ ਕੀਤਾ ਆਪਾਂ ਨੂੰ ਪਤਾ ਵਾਟਰ ਜਿਹੜਾ ਹੈਗਾ ਸਪਲਿਟ ਹੋਣਾ ਕੀ H ਹਾਈਡਰੋਜਨ ਗੈਸ ਦੇਊਗਾ ਤੇ ਆਕਸੀਜਨ ਗੈਸ ਦੇਊਗਾ ਜੀ। ਤਾਂ ਚਾਹੇ ਇਹ ਵਾਟਰ ਦੀ ਐਗਜ਼ਾਮਪਲ ਲੈ ਲਓ, ਚਾਹੇ NaCl ਦੀ HCl ਦੀ ਐਗਜ਼ਾਮਪਲ ਲੈ ਲਓ, ਕਰੰਟ ਪਾਸ ਹੋਣ ਤੇ ਉਹਦੇ ਕਾਂਸਟੈਂਟ ਪਾਰਟੀਕਲ ਦੇ ਵਿੱਚ ਸਪਲਿਟ ਹੋਣਾ ਉਹਨੂੰ ਕਹਿੰਦੇ ਨੇ ਇਲੈਕਟ੍ਰੋਲਿਸਿਸ ਕਹਿੰਦੇ ਨੇ। ਤਾਂ ਇਲੈਕਟ੍ਰੋਲਿਟਿਕ ਸੈੱਲ ਦੇ ਵਿੱਚ ਕੀ ਹੋਊਗੀ ਇਲੈਕਟ੍ਰੋਲਿਸਿਸ ਹੁੰਦੀ ਹੈ। ਡਿਵਾਈਸ ਡੈਫੀਨੇਸ਼ਨ ਇਹਦੀ ਕੀ ਹੈ, ਡਿਵਾਈਸ ਵਿਚ ਕੰਡਕਟ ਜਾਂ ਵਿਚ ਕਨਵਰਟ ਇਲੈਕਟ੍ਰੀਕਲ એનર્ਜੀ ਇਨਟੂ ਕੈਮੀਕਲ ਚੇਂਜ। ਕੈਮੀਕਲੀ ਚੇਂਜ ਹੋ ਗਏ, ਪਹਿਲਾਂ ਵਾਟਰ ਸੀ, ਬਾਅਦ 'ਚ ਇਹਦਾ ਕੀ ਬਣ ਗਿਆ ਹਾਈਡਰੋਜਨ ਤੇ ਆਕਸੀਜਨ। NaCl ਦਾ ਕੀ ਬਣ ਜੂਗਾ, ਇੱਕ ਤਰਫ ਸੋਡੀਅਮ ਮਿਲ ਜੂਗਾ, ਇੱਕ ਤਰਫ ਆਪਾਂ ਨੂੰ ਕਲੋਰੀਨ ਗੈਸ ਇਵੋਲਵਡ ਹੋ ਜਾਏਗੀ। ਤਾਂ ਕੈਮੀਕਲ ਚੇਂਜ ਹੋ ਗਿਆ ਬਾਈ ਪਾਸਿੰਗ ਆਫ ਕਰੰਟ ਜਾਂ ਇਲੈਕਟ੍ਰਿਸਿਟੀ, ਇਹਨੂੰ ਕਹਿੰਦੇ ਨੇ ਇਲੈਕਟ੍ਰੋਲਿਟਿਕ ਸੈੱਲ। ਇਹ ਇੱਕ ਕੰਟੇਨਰ ਦੇ ਵਿੱਚ ਹੀ ਹੁੰਦਾ ਹੈ। ਹੁਣ ਅਗਰ ਅੱਗੇ ਆਪਾਂ ਇਹਦੀ ਸਟੱਡੀ ਕਰਦੇ ਹਾਂ ਕਿ ਪ੍ਰੋਡਕਟ ਆਫ ਇਲੈਕਟ੍ਰੋਲਿਸਿਸ ਕਿਸ ਤੇ ਡਿਪੈਂਡ ਕਰਦੇ ਨੇ। ਹੁਣ ਮੇਰੇ ਕੋਲ ਇੱਥੇ ਇਕੱਲਾ ਵਾਟਰ ਸੀਗਾ ਜੀ। ਨੈਕਸਟ ਸਟਾਰ ਪੁਆਇੰਟ ਬਣਾ ਲਓ, ਛੋਟਾ ਜਿਹਾ ਹੀ ਟੌਪਿਕ ਹੈ ਇਹ, ਪ੍ਰੋਡਕਟ ਆਫ ਇਲੈਕਟ੍ਰੋਲਿਸਿਸ। ਹੁਣ ਇਹਨੂੰ ਸਮਝਣ ਦੇ ਲਈ ਸਿੰਪਲ ਐਗਜ਼ਾਮਪਲ ਲੈਣਾ ਮੈਂ ਸਮਝਾਉਣ ਦੇ ਲਈ ਤੁਹਾਨੂੰ। ਤੁਸੀਂ ਇਹ ਸਿੰਪਲ ਜੀ ਗੱਲ ਲੈ ਲਓ, ਲੈਟ ਮੈਂ ਇੱਥੇ ਕੀ ਲਿਆ ਸੀ, ਇਕੱਲਾ ਵਾਟਰ ਲਿਆ ਸੀ ਨਾ। ਵਾਟਰ ਦੇ ਕੇਸ ਦੇ ਵਿੱਚ ਹਾਈਡਰੋਜਨ ਆਇਆ ਤੇ ਆਕਸੀਜਨ ਆਇਆ। ਕਿਉਂ ਆਇਆ? ਕਿਉਂਕਿ ਇੱਕ H ਪੋਜ਼ਿਟਿਵ ਆਇਆ ਸੀ, ਇੱਕ ਆਕਸੀਜਨ ਕੀ ਆਇਆ ਸੀ ਨੈਗੇਟਿਵ ਆਇਆ ਸੀ। ਦੋ ਹੀ ਚੀਜ਼ਾਂ ਨੇ, ਆਕਸੀਜਨ ਨੈਗੇਟਿਵ ਤੇ H ਪੋਜ਼ਿਟਿਵ। ਹੁਣ ਆਕਸੀਜਨ ਤੋਂ ਕੀ ਬਣਿਆ ਆਪਣੇ ਕੋਲ O2 ਬਣ ਗਿਆ, ਹਾਈਡਰੋਜਨ ਤੋਂ ਕੀ OH ਨੈਗੇਟਿਵ ਬਣਿਆ, H ਪੋਜ਼ਿਟਿਵ ਤੇ OH ਨੈਗੇਟਿਵ ਬਣਿਆ, ਜਿਸ ਚੋਂ H ਪੋਜ਼ਿਟਿਵ ਤੋਂ ਆਪਣੇ ਕੋਲ ਕੀ ਮਿਲਿਆ ਹਾਈਡਰੋਜਨ ਮਿਲਿਆ, OH ਨੈਗੇਟਿਵ ਤੋਂ ਆਕਸੀਜਨ ਮਿਲਿਆ। ਪੋਜ਼ਿਟਿਵ ਤੇ ਨੈਗੇਟਿਵ ਟਰਮ ਆਈਆਂ। ਬਟ ਅਗਰ ਇੱਥੇ ਆਪਾਂ ਗੱਲ ਕਰਦੇ ਹਾਂ ਸੋਲੂਸ਼ਨ ਦੀ, ਸੋਲੂਸ਼ਨ ਦੇ ਵਿੱਚ ਦੋ ਕੰਪੋਨੈਂਟ ਹੁੰਦੇ ਨੇ। ਹੁਣ ਵਾਟਰ ਦੇ ਨਾਲ ਲੈਟ ਮੈਂ ਕੀ ਪਾ ਦੇਣਾ NaCl ਮਿਕਸ ਕਰਤਾ। NaCl ਮਿਕਸ ਕਰਨ ਦੇ ਨਾਲ ਕਨਸੈਪਟ ਸਮਝੋ ਮੈਂ ਕਿੱਥੇ ਲੈ ਕੇ ਜਾ ਰਿਹਾ ਤੁਹਾਨੂੰ। ਇੱਥੋਂ ਕੀ ਨਿਕਲਣਾ Na ਪੋਜ਼ਿਟਿਵ ਤੇ Cl ਨੈਗੇਟਿਵ। ਕੀ ਅਬਜ਼ਰਵ ਕਰ ਰਹੇ ਹਾਂ, ਪੋਜ਼ਿਟਿਵ ਵਾਲੇ ਵੀ ਦੋ ਨੇ, ਨੈਗੇਟਿਵ ਵਾਲੇ ਵੀ ਦੋ ਨੇ। ਤਾਂ ਇੱਥੇ ਡਿਪੈਂਡ ਕਰਦਾ ਕਿਹਦੀ ਇਲੈਕਟ੍ਰੋਲਿਸਿਸ, ਮਤਲਬ ਅਨੋਡ ਦੇ ਉੱਪਰ ਤੁਹਾਨੂੰ ਕੀ ਮਿਲੂਗਾ, ਮਿਲਣਾ ਇੱਕ ਹੈ। ਚਾਹੇ ਇਹ ਦੋ ਨੇ, ਚਾਹੇ ਇਹ 10 ਆ ਜਾਣ, 20 ਆ ਜਾਣ, ਡਜ਼ ਨਾਟ ਮੈਟਰ। ਅਨੋਡ ਦੇ ਉੱਪਰ ਇੱਕੋ ਹੀ ਪ੍ਰੋਡਕਟ ਮਿਲਣਾ ਹੈ, ਕੈਥੋਡ ਦੇ ਉੱਪਰ ਇੱਕੋ ਹੀ ਪ੍ਰੋਡਕਟ ਮਿਲਣਾ ਹੈ। ਇਹ ਮੈਂ ਦੱਸਣਾ ਚਾਹ ਰਿਹਾ ਤੁਹਾਨੂੰ। ਉਹ ਕਿਸ ਤੇ ਡਿਪੈਂਡ ਕਰਦਾ ਹੈ, ਉਹਨਾਂ ਦੀ E0 ਦੀ ਵੈਲਿਊ ਤੇ ਡਿਪੈਂਡ ਕਰਦਾ ਹੈ। E0 ਕੀ ਚੀਜ਼ ਹੁੰਦੀ ਹੈ, ਉਹਨੂੰ ਰਿਡਕਸ਼ਨ ਪੋਟੈਂਸ਼ੀਅਲ ਕਹਿੰਦੇ ਨੇ, ਜੋ ਇਸ ਚੈਪਟਰ ਦੇ ਥੋੜਾ ਜਿਹਾ ਨੈਕਸਟ ਜਾ ਕੇ ਤੁਹਾਨੂੰ ਪ੍ਰੋਪਰ ਕਲੀਅਰ ਹੋਊਗਾ। ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਤੇ ਡਿਪੈਂਡ ਕਰਦਾ ਹੈ ਪ੍ਰੋਡਕਟ ਆਫ ਇਲੈਕਟ੍ਰੋਲਿਸਿਸ। ਪੋਜ਼ਿਟਿਵ ਵਾਲਿਆਂ ਦੀ ਵੀ ਆਪਸ ਦੇ ਵਿੱਚ ਦੌੜ ਲੱਗੇਗੀ, ਨੈਗੇਟਿਵ ਵਾਲਿਆਂ ਦੀ ਵੀ ਆਪਸ ਦੇ ਵਿੱਚ ਦੌੜ ਲੱਗੇਗੀ, ਜਿਹਦੀ E0 ਦੀ ਵੈਲਿਊ ਡਿਪੈਂਡ ਕਰਦਾ। ਹੁਣ ਕੈਥੋਡ ਕੀ ਹੁੰਦਾ ਹੈ, ਨੈਗੇਟਿਵ ਚਾਰਜ ਹੈ, ਇੱਥੇ ਕੌਣ ਜਾਊਗਾ ਪੋਜ਼ਿਟਿਵ। ਤਾਂ ਜਿਹਦਾ ਪੋਜ਼ਿਟਿਵ ਜ਼ਿਆਦਾ ਹੋਇਆ, ਜਿਹਦਾ E0 ਦੀ ਵੈਲਿਊ ਜ਼ਿਆਦਾ ਪੋਜ਼ਿਟਿਵ ਹੋਈ, ਉਹ ਜਾ ਕੇ ਪ੍ਰੋਡਕਟ ਦੇਊਗਾ। ਸਿਮਿਲਰਲੀ ਅਨੋਡ ਦੇ ਉੱਪਰ ਪੋਜ਼ਿਟਿਵ ਚਾਰਜ ਹੁੰਦਾ ਹੈ, ਕੌਣ ਜਾਊਗਾ ਨੈਗੇਟਿਵ ਚਾਰਜ ਜਾਊਗਾ। ਜਿਹਦਾ ਨੈਗੇਟਿਵ ਜ਼ਿਆਦਾ ਹੋਇਆ, ਜਿਹਦੀ E0 ਦੀ ਵੈਲਿਊ ਜ਼ਿਆਦਾ ਨੈਗੇਟਿਵ ਹੋਈ, ਉਹ ਜਾ ਕੇ ਆਪਣਾ ਪ੍ਰੋਡਕਟ ਸ਼ੋਅ ਕਰ ਦੂਗਾ। ਬਾਕੀ ਜਦੋਂ E0 ਦਾ ਮੈਂ ਇਲੈਕਟ੍ਰੋ ਕੈਮੀਕਲ ਸੀਰੀਜ਼ ਕਰਾਊਂਗਾ, ਉੱਥੇ ਪ੍ਰੋਪਰ ਰਿਡਕਸ਼ਨ ਪੋਟੈਂਸ਼ੀਅਲ ਤੁਹਾਨੂੰ ਸਮਝ ਆ ਜਾਊਗਾ ਨੈਕਸਟ ਟੌਪਿਕ ਦੇ ਵਿੱਚ। ਤਾਂ ਪ੍ਰੋਡਕਟ ਆਫ ਇਲੈਕਟ੍ਰੋਲਿਸਿਸ ਡਿਪੈਂਡ ਕਰਦਾ ਵੀ ਤੁਸੀਂ ਕਿਹਦੀ ਆਪਸ ਦੇ ਵਿੱਚ ਕੰਪੈਰੀਜ਼ਨ ਕਰ ਰਹੇ ਹੋ, ਸਟੱਡੀ ਕਰ ਰਹੇ ਹੋ। ਠੀਕ ਹੈ ਜੀ, ਇਹ ਇਲੈਕਟ੍ਰੋਲਿਟਿਕ ਸੈੱਲ ਕਲੀਅਰ ਹੋ ਗਿਆ। ਇਲੈਕਟ੍ਰੋਲਿਸਿਸ ਹੁੰਦੀ ਹੈ, ਡਿਵਾਈਸ ਹੈ, ਉਹਦੀ ਡੈਫੀਨੇਸ਼ਨ ਤੁਹਾਨੂੰ ਕਲੀਅਰ ਹੋ ਗਈ, ਪ੍ਰੋਡਕਟ ਮਿਲ ਗਏ। ਨੈਕਸਟ ਆਪਣੇ ਕੋਲੇ ਕੀ ਆਉਂਦਾ ਹੈਗਾ ਜੀ, ਸਿੰਪਲ ਜੀ ਗੱਲ ਹੈ, ਇੱਕ ਟੌਪਿਕ ਦੱਸਦਾ ਤੁਹਾਨੂੰ, ਬੜਾ ਇੰਪੋਰਟੈਂਟ ਹੈ, ਇਲੈਕਟ੍ਰੋਡ ਪੋਟੈਂਸ਼ੀਅਲ। ਨੈਕਸਟ ਵਨ ਇਜ਼ ਦਾ ਇਲੈਕਟ੍ਰੋਡ ਪੋਟੈਂਸ਼ੀਅਲ। ਧਿਆਨ ਨਾਲ ਲਿਖੋ ਸਾਰੇ, ਇਲੈਕਟ੍ਰੋਡ ਪੋਟੈਂਸ਼ੀਅਲ। ਇਹਨੂੰ ਹੁਣ ਸਮਝਣ ਦੇ ਲਈ ਥੋੜਾ ਜਿਹਾ ਧਿਆਨ ਦਿਓ। ਲੈਟ ਮੇਰੇ ਕੋਲੇ ਕੀ ਹੈ, ਕੰਟੇਨਰ ਹੈ ਜੀ, ਕੰਟੇਨਰ ਹੈ। ਇਸ ਕੰਟੇਨਰ ਦੇ ਵਿੱਚ ਸਿੰਪਲ ਜੀ ਗੱਲ ਹੈ, ਮੈਂ ਲੈਟ ਜ਼ਿੰਕ ਸਲਫੇਟ ਦਾ ਸੋਲੂਸ਼ਨ ਪਾਤਾ। ਕੀ ਪਾਤਾ ਜੀ, ਜ਼ਿੰਕ ਸਲਫੇਟ। ਜ਼ਿੰਕ ਸਲਫੇਟ ਕਿਸ ਫਾਰਮ ਚ ਹੋਏਗਾ ਜੀ, ਸਿੰਪਲ ਜੀ ਗੱਲ ਹੈ, ਜ਼ਿੰਕ 2 ਪੋਜ਼ਿਟਿਵ ਪਲੱਸ SO4 2 ਨੈਗੇਟਿਵ ਦੀ ਫਾਰਮ ਚ ਹੋਏਗਾ। ਇਹਦੇ ਵਿੱਚ ਮੈਂ ਜ਼ਿੰਕ ਦੀ ਹੀ ਰੋਡ ਰੱਖਤੀ। ਕਿਹਦੀ ਰੋਡ ਜੀ, ਜ਼ਿੰਕ ਦੀ ਰੋਡ ਰੱਖਤੀ। ਇੱਕ ਜ਼ਿੰਕ ਜਿਹੜਾ ਹੈਗਾ ਰੋਡ ਵਾਲਾ ਨਿਊਟਰਲ ਫਾਰਮ ਚ ਹੈ, ਸੋਲੂਸ਼ਨ ਵਾਲਾ ਜ਼ਿੰਕ 2 ਪੋਜ਼ਿਟਿਵ ਦੀ ਫਾਰਮ ਚ ਹੈ, SO4 ਜਿਹੜਾ 2 ਨੈਗੇਟਿਵ ਦੀ ਫਾਰਮ ਚ ਹੈ। ਇਹ ਆਪਣਾ ਇੱਕ ਮੈਂ ਡਿਵਾਈਸ ਲੈ ਲਿਆ, ਜਾਂ ਸੈੱਲ ਲੈ ਲਿਆ, ਜਾਂ ਕੰਟੇਨਰ ਲੈ ਲਿਆ,
याद रखना है जो सोल्यूशन है उसे दी ही रॉड। अगर मैं इत्थे कॉपर सल्फेट पाਉਂਦਾ, कॉपर की रॉड लैंदा, आयरन सल्फेट पाਉਂਦਾ, आयरन क्लोराइड जो भी सॉल्ट पाਉਂਦਾ उसे दी ही रॉड लैंदा, मैं आयरन की रॉड लैंदा। हाँ जी, हुण एक स्टूडेंट कहता है सर इत्थे ऑक्सीडेशन अकर हो रही है। फर्स्ट स्टूडेंट की कहता सर की अकर हो रही है ऑक्सीडेशन। मैं ਉਹਦੀ ਗੱਲ ਨਾਲ सहमत हो गया। ऑक्सीडेशन की ਹੁੰਦਾ है जी, लॉस ऑफ इलैक्ट्रॉन। ਹੁਣ ऑक्सीडेशन हो रही है, ਹੁਣ इस जिंक ने 2 इलैक्ट्रॉन देने सी देते, होर नहीं देऊगा। SO4 ने 2 इलैक्ट्रॉन गेन करने सी कर ले, होर नहीं करूगा। ठीक है जी, तो कौन बचया इलैक्ट्रॉन लॉस करने के लिए? रॉड वाला जिंक। तो मैं की ऑब्जर्व कर रहा स्टूडेंट की गल मनी, जिंक किस कन्वर्ट हो गया जी? जिंक 2 पॉजिटिव प्लस 2 इलैक्ट्रॉन के विच। मैं की ऑब्जर्व कर रहा, सिंपल जी गल है कि ये रॉड जिहड़ी हैगी है जिंक वाली सी, वो जिंक 2 पॉजिटिव च कन्वर्ट होने लग गई। इसदा मतलब रॉड सोल्यूशन च जान लग गई जी। रॉड मैं कह सकदा डिजोल्व होनी शुरू हो गई, रॉड का मास डिक्रीज होना शुरू हो गया। गल्लां मैं कह सकदा क्योंकि रॉड जिंक सीगी, वो जिंक 2 पॉजिटिव च कन्वर्ट हो रही है। जो सोल्यूशन दे विच है तो ये सारे इकट्ठे हो जाएंगे आपस में। मैं ये कह सकदा इंडायरैक्टली ऑक्सीडेशन के टाइम के उत्ते की हुंदा है, सोल्यूशन दे विच पहला जिंक 2 पॉजिटिव पिया सी, होर जिंक 2 पॉजिटिव आन लग गया। कहण दा भाव मैं ये कह सकदा कि इत्थे पॉजिटिव चार्ज इनक्रीज होना शुरू हो गया। फिर दूसरा स्टूडेंट कहता नहीं सर ये गलत बोल रहा है, इत्थे तां रिडक्शन हो रही है। जो रिडक्शन होगी वो की होंदा गेन ऑफ इलैक्ट्रॉन। हुण जिंक की है, मैटल है, ये है तो है नहीं रॉड वाली जिंक इलैक्ट्रॉन गेन करके आपके उपर नैगेटिव चार्ज ले लूगी, पॉसीबल नहीं। मैटल ते नैगेटिव चार्ज नहीं आता। इन्हों ने 2 इलैक्ट्रॉन लैने सी, लै ले, यदी स्टेबिलिटी आ गई, ये होर इलैक्ट्रॉन नहीं लेंदे, तो बचा कौन? सोल्यूशन वाला जिंक 2 पॉजिटिव। ਤਾਂ ਕੀ ਇਹਦੀ ਗੱਲ ਸੁਣੀ ਸਟੂਡੈਂਟ ਦੀ, ਕੀ ਦੇਖਿਆ ਮੈਂ? ਜਿੰਕ 2 ਪੋਜ਼ਿਟਿਵ ਜਿਹੜਾ ਹੈਗਾ 2 ਇਲੈਕਟ੍ਰੋਨ ਲੈ ਕੇ ਰਿਡਕਸ਼ਨ ਹੋ ਰਹੀ ਹੈ, ਜਿੰਕ ਦੇ ਵਿੱਚ ਕਨਵਰਟ ਹੋ ਗਿਆ। ਮੈਂ ਕੀ ਆਬਜ਼ਰਵ ਕਰ ਰਿਹਾ, ਇਹ ਵਾਲਾ ਜਿੰਕ मतलब सोल्यूशन वाला जिंक बनना शुरू हो गया। सोल्यूशन वाला जिंक 2 पॉजिटिव जिंक बनना शुरू हो गया। मैं कह सकता कि रॉड का मास इंक्रीज होना शुरू हो गया। मैं ये कह सकदा कुल मिला के कि ये जिहड़े पॉजिटिव चार्ज सी वो जिंक बन लग गए, कहने का भाव पॉजिटिव डिक्रीज होना शुरू हो गया। ਜਾਂ मैं इंडायरैक्टली ये लिख सकता है कि इत्थे नैगेटिव इनक्रीज होना शुरू हो गया। ठीक है जी, हुण की ऑब्जर्व कर रहे हैं, मैं समझाउणा की चाहुंदा तुहानूं। टॉपिक की लिखवाया सी इलैक्ट्रोड पोटैंशियल। टॉपिक का नाम की है जी? ये इलैक्ट्रोड पोटैंशियल। ये तुहानूं टॉपिक उपर लिख लिओ, चाहे बाद लिख लिओ। हुण मैं समझाउणा की चाहुंदा है, चाहे ऑक्सीडेशन होवे चाहे रिडक्शन होवे, चार्ज जिहड़ा हैगा कदे पॉजिटिव कदे नैगेटिव चेंज हो रहा है। किहदे विच? सोल्यूशन दे विच ते रॉड दे विच। इसे डिफरेंस नूं, इसे चार्ज के डिफरेंस नूं इलैक्ट्रोड पोटैंशियल कहंदे ने जी। लिख लो इसकी डेफिनेशन, पोटैंशियल डिफरेंस बिटवीन इलैक्ट्रोड, ये रॉड की होंगी है इलैक्ट्रोड, एंड इट्स सोल्यूशन। इट्स यूज़ करो, अगर इट्स नहीं किया तो गलत है, उसे का ही सोल्यूशन होना चाहिए। इट्स सोल्यूशन इज़ नोन एज इलैक्ट्रोड पोटैंशियल। ठीक है जी, इतों तक चंगी तरह ये नोट्स बनाओ। होप कि सारिਆਂ ਨੂੰ समझ आ गया होगा। इलैक्ट्रोड पोटैंशियल का अपना टॉपिक कंप्लीट है। बाकी नैक्सट इसे बेसिस के उपर मैं तुहानूं अगे इलैक्ट्रोकैमिकल सैल्स, इलैक्ट्रोकैमिकल सीरीज़ नैक्सट टॉपिक दे विच डिस्कस करूँगा। होप कि सारिਆਂ ਨੂੰ समझ आ गया होगा। ऑल द बेस्ट।